ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਆਇਆ ਤੇ ਇਵੈਂਟਸ ਵੱਲੋਂ ਸਾਰੇ ਮੀਡੀਆ ਕਰਮੀਆਂ ਦਾ ਸਭ ਤੋਂ ਪਹਿਲਾਂ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੀ ਇਸ ਮੁਹਿੰਮ ਦੇ ਵਿੱਚ ਸਾਨੂੰ ਕਾਫੀ ਸਪੋਰਟ ਮਿਲ ਰਹੀ ਹੈ ਉਹਨਾਂ ਦੀ ਸਾਈਡ ਤੋਂ। ਅਸੀਂ ਇਹ ਅੱਜ ਦੀ ਇਹ ਮੁਹਿੰਮ ਜਿੱਦਾਂ ਸੁਖਦੀਪ ਜੀ ਨੇ ਤੁਹਾਨੂੰ ਦੱਸਿਆ ਕਿ ਵੀ ਪਹਿਲਾਂ ਪੰਜਾਬ ਫਸਟ ਦੇ ਅਧੀਨ ਅਸੀਂ ਝੂਲਦੇ ਕਿਸਾਨੀ ਝੰਡੇ ਸਾਡੇ ਕਿਸਾਨੀ ਝੰਡੇ ਪੂਰੇ ਝੂਲ ਰਹੇ ਆ ਕਿਉਂਕਿ ਉਹਨਾਂ ਦੇ ਜਿਹੜੇ ਸੈਂਟੀਮੈਂਟਸ ਹੈਗੇ ਆ ਉਹ ਜ਼ਮੀਨ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਆ। ਅੱਜ ਉਹ ਜਿਹੜੀਆਂ ਭਾਵਨਾਵਾਂ ਠੇਸ ਪਹੁੰਚ ਰਹੀ ਆ ਕਿਸਾਨਾਂ ਨੂੰ। ਜਦੋਂ ਕਿਸਾਨਾਂ ਨੂੰ ਠੇਸ ਪਹੁੰਚਦੀ ਹੈ, ਦੇਖੋ ਜੀ ਕਿਸਾਨ ਰੀੜ੍ਹ ਦੀ ਹੱਡੀ ਆ ਸਾਡੀ ਇਕਨੋਮੀ ਦੀ, ਸਾਡੀ ਜੜ੍ਹ ਵਾ। ਜਦੋਂ ਕਿਸਾਨੀ ਦੇ ਉੱਪਰ ਕੋਈ ਠੱਗਣ ਨੂੰ ਫਿਰੇ ਤੇ ਉਦੋਂ ਉਹਨਾਂ ਦੇ ਵਿੱਚ ਜਿਹੜੀ ਭਾਵਨਾ ਆ ਗਈ ਆ ਕਿ ਅਸੀਂ ਠੱਗੇ ਜਾ ਰਹੇ ਹਾਂ, ਸਾਨੂੰ ਆਪਣੇ ਗੁਲਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਹੁਣ ਉਹ ਆਪਣੀ ਆਵਾਜ਼ ਨੂੰ ਲੈ ਕੇ ਕਿਸਾਨੀ ਅੰਦੋਲਨਾਂ ਨੇ ਪਹਿਲਾਂ ਸ਼ੁਰੂਆਤ ਪੰਜਾਬ 'ਚ ਕੀਤੀ ਜਿੱਦਾਂ ਤੁਸੀਂ ਜਾਣਦੇ ਹੋ। ਹੁਣ ਉਹਨਾਂ ਨੇ ਆਪਣੀ ਆਵਾਜ਼ ਨੂੰ ਬੜੇ ਚਿਰਾਂ ਤੋਂ ਲੈ ਕੇ ਦਿੱਲੀ ਪਹੁੰਚੇ ਹੋਏ ਆ ਤਾਂ ਕਿ ਅਸੀਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੇ ਨਾਲ ਨੇੜੇ ਜਾ ਕੇ ਉਹਨਾਂ ਦੇ ਸਾਥੀਆਂ ਨੂੰ ਜਿਨ੍ਹਾਂ ਨੇ ਇਹ ਬਿੱਲ ਬਣਾਏ ਉਹਨਾਂ ਨੂੰ ਸਮਝਾ ਸਕੀਏ ਕਿ ਇਹ ਜਿਹੜੇ ਤੁਹਾਡੇ ਬਿੱਲ ਬਣਾਏ ਆ ਕਾਰਪੋਰੇਟ ਸੈਕਟਰ ਨੂੰ ਤਾਂ ਸਪੋਰਟ ਕਰਦੇ ਆ। ਤੁਸੀਂ ਇਹਨਾਂ ਨੂੰ ਬਿੱਲਾਂ ਨੂੰ ਚੰਗੇ ਕਹਿੰਦੇ ਹੋ, ਅਸੀਂ ਵੀ ਕਹਿੰਦੇ ਆ ਕਿ ਚੰਗੇ ਆ, ਪਰ ਕਾਰਪੋਰੇਟ ਸੈਕਟਰ ਲਈ ਕਿਸਾਨੀ ਲਈ ਚੰਗੇ ਨਹੀਂ ਹੈਗੇ। ਜਿਹੜਾ ਵਪਾਰ ਕਰਦਾ ਹੁੰਦਾ, ਜਿਹੜੇ ਬੰਦੇ ਨੇ ਅੱਜ ਤੱਕ ਜ਼ਮੀਨ ਛੋਟੇ ਤੋਂ ਲੈ ਕੇ ਵੱਡਾ ਹੋਣ ਤੱਕ ਉਸ ਜ਼ਮੀਨ ਤੋਂ ਰੋਟੀ ਖਾਧੀ ਆ ਔਰ ਉਹ ਅੰਨ ਪੈਦਾ ਕਰਕੇ ਸਾਰੇ ਦੇਸ਼ 'ਚ ਵੰਡਿਆ, ਉਸ ਅੰਨ ਨੂੰ ਹੀ ਅਸੀਂ ਸਾਰੇ ਖਾਂਦੇ ਆ। ਔਰ ਜੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਗਈ, ਉਹਨਾਂ ਨੂੰ ਲੱਗੇ ਕਿ ਯਾਰ ਸਾਡੇ ਕੰਮ ਦੇ ਵਿੱਚ ਕੁਝ ਨਹੀਂ ਰਹਿ ਗਿਆ, ਤੇ ਉਹ ਕਿੱਦਾਂ ਆਪਣੇ ਰੋਟੀ ਸਾਰੇ ਸੰਸਾਰ ਲਈ ਉਗਾਉਣਗੇ। ਹੁਣ ਗੁਲਾਮੀ ਦੀ ਧਾਰਨਾ ਨੂੰ ਉਹਨਾਂ ਨੇ ਨਿਕਲ ਕੇ ਅਸੀਂ ਸਿੱਧੀ ਗੱਲ ਕਹਿੰਦੇ ਹਾਂ ਕਿ ਪੰਜਾਬੀਅਤ ਹੋਣ ਦੇ ਨਾਤੇ ਬਹਾਦਰੀ ਕੌਮ ਆ। ਇਹਨੂੰ ਬਹਾਦਰ ਕੌਮ ਨੂੰ ਜੇ ਅਸੀਂ ਬਹਾਦਰੀ ਦੀ ਗੱਲ ਕੀਤੀ ਆ ਕਿ ਅੱਜ ਅਸੀਂ ਇਹ ਸ਼ੁਰੂਆਤ ਕੀਤੀ ਹੈ ਕਿ ਵੀ ਮੋਦੀ ਸਾਹਿਬ ਤੁਹਾਡੀ ਆ ਜਿਹੜੀ ਪਾਲਿਸੀ ਚੰਗੀ ਨਹੀਂ ਹੈਗੀ, ਪਰ ਮੋਦੀ ਸਾਹਿਬ ਨੂੰ ਪਿਆਰ ਕਰਨ ਵਾਲੇ ਅਸੀਂ ਵੀ ਉਹਨਾਂ ਨੂੰ ਪਿਆਰ ਕਰਦੇ ਹਾਂ ਐਜ਼ ਏ ਪ੍ਰਾਈਮ ਮਿਨਿਸਟਰ। ਪਰ ਜ਼ਰੂਰੀ ਨਹੀਂ ਹੁੰਦਾ ਕਿ ਹਰ ਹਾਕਮ ਜਿਹੜਾ ਆ ਜੋ ਫੈਸਲਾ ਦੇ ਦੇਵੇ ਤਾਂ ਸਹੀ ਹੁੰਦਾ ਆ। ਕਈ ਵਾਰ ਗਲਤ ਫੈਸਲੇ ਲਏ ਜਾਂਦੇ ਆ, ਉਹਨਾਂ ਨੂੰ ਸਾਨੂੰ ਪਿੱਛੇ ਮੁੜਨਾ ਪੈਂਦਾ ਆ। ਹੁਣ ਅੱਜ ਉਹ ਮਜਬੂਰੀ 'ਚ ਇਸੇ ਗੱਲ 'ਚ ਫਸੇ ਹੋਏ ਆ ਜੀ ਕਿ ਵੀ ਅਸੀਂ ਜਿਹੜਾ ਫੈਸਲਾ ਲੈ ਲਿਆ ਬਸ ਪਿੱਛੇ ਨਹੀਂ ਹੋਣਾ। ਅੱਗੇ ਤੁਸੀਂ ਫੈਸਲੇ ਲੈਂਦੇ ਸੀ ਪਾਕਿਸਤਾਨ ਲਈ, ਸਾਡਾ ਦੇਸ਼ ਖੁਸ਼ ਹੁੰਦਾ ਸੀ, ਤੁਹਾਡਾ ਸੀਨਾ ਚੌੜਾ ਕਰਦਾ ਸੀ। ਤੁਸੀਂ ਇਕਨੋਮੀ ਦੇ ਉੱਪਰ ਫੈਸਲੇ ਲਏ, ਸਾਰੀ ਇਕਨੋਮੀ ਡੀਮੋਨੇਟਾਈਜੇਸ਼ਨ ਕੀਤੀ। ਤੁਸੀਂ GST ਬਿੱਲ ਲਿਆਂਦੇ, ਸਭ ਨੇ ਸਪੋਰਟ ਕੀਤਾ, ਸਭ ਨੇ ਵਪਾਰੀ ਵਰਗ ਨੇ ਉਸ ਚੀਜ਼ ਨੂੰ ਮੰਨਿਆ। ਪਰ ਅੱਜ ਇਹ ਫੈਸਲੇ ਮੰਨਣ ਯੋਗ ਨਹੀਂ। ਕਿਉਂਕਿ ਇਹ ਰੋਟੀ ਨਾਲ ਸੰਬੰਧਿਤ ਆ। ਜਿਸ ਬੰਦੇ ਨੂੰ ਪੇਟ ਲੱਗਾ ਹੈ ਨਾ, ਉਹਨੇ ਰੋਟੀ ਖਾਣੀ ਆ। ਜੇ ਰੋਟੀ ਖਾਣੀ ਹੈ, ਜੇ ਕਾਰਪੋਰੇਟ ਸੈਕਟਰ ਦੇ ਕੋਲ ਇਹਦੇ ਅਧਿਕਾਰ ਚੱਲ ਗਏ ਨਾ, ਜਿੱਦਾਂ ਅਨਲਿਮਟਿਡ ਜਿਹੜੀ ਤੁਸੀਂ ਸਟੋਰੇਜ ਦੀ ਉਹਨਾਂ ਨੂੰ ਫੈਸਿਲਿਟੀ ਦੇ ਰਹੇ ਹੋ ਇਸ ਬਿੱਲ ਦੇ ਆਧਾਰ 'ਤੇ, ਜਿਹੜਾ ਬੰਦੇ ਦੇ ਕੋਲ ਤਾਕਤ ਇਕੱਠੀ ਇੱਕੋ ਪਾਸੇ ਚਲ ਗਈ, ਉਹ ਤਾਂ ਆਪਣੇ ਫਾਇਦਿਆਂ ਲਈ ਕਰੂਗਾ ਜੀ। ਕਦੀ ਵੀ ਕਾਰਪੋਰੇਟ ਕਿਸੇ ਵੀ ਇਦਾਂ ਦੇ ਬੰਦੇ ਨੇ ਕੋਈ ਇਦਾਂ ਦਾ ਬਿੱਲ ਲਿਆਂਦਾ ਜੀ ਕਿ ਜਾਂ ਇਦਾਂ ਦੀ ਕੋਈ ਪਾਲਿਸੀ ਲਿਆਂਦੀ ਕਿ ਵੀ ਮੈਂ ਗਰੀਬ ਜਿਹੜੇ ਬੰਦੇ ਫੁੱਟਪਾਥਾਂ 'ਤੇ ਬੰਦੇ ਬੈਠੇ ਆ ਉਹਨਾਂ ਲਈ ਘਰ ਬਣਾ ਕੇ ਦੇਵਾਂਗੇ। ਜੇ ਉਹਨਾਂ ਕੋਲ ਪੈਸਾ ਆ, ਜੇ ਉਹ ਦੇਸ਼ ਨੂੰ ਪਿਆਰ ਕਰਦੇ ਆ, ਉਹ ਟੈਕਸ ਜਮ੍ਹਾਂ ਕਰਾਉਣ, ਉਸ ਟੈਕਸ ਦਾ ਗੌਰਮੈਂਟ ਚੰਗੇ ਢੰਗ ਨਾਲ ਲਵੇ, ਫਾਇਦਾ ਲਵੇ, ਤਾਂ ਕਿ ਗਰੀਬ ਜਿਹੜੀ ਜਨਤਾ ਆ ਉਹ ਵੀ ਆਪਣੇ ਸਮਾਜ 'ਚ ਉੱਪਰ ਆਉਣ। ਪਰ ਕਾਰਪੋਰੇਟ ਸੈਕਟਰ ਹਮੇਸ਼ਾ ਫਾਇਦਿਆਂ ਦੇ ਕੰਮ ਕਰਦਾ ਆ। ਉਹਨੇ BSNL ਡੋਬਤੀ। ਤੁਸੀਂ ਦੇਖ ਲਓ, ਰਿਲਾਇੰਸ ਜਿਹੜੀ ਆ ਜੀਓ ਦੇ ਨਾਂ 'ਤੇ ਆਈ ਆ, ਪ੍ਰਾਈਮ ਮਿਨਿਸਟਰ ਸਾਹਿਬ ਨੇ ਉਹਨੂੰ ਪ੍ਰਮੋਟ ਕੀਤਾ, ਪਰ ਕੀ ਹੋਇਆ? ਪਹਿਲਾਂ ਉਹਨਾਂ ਨੇ ਫ੍ਰੀ ਦਿੱਤੀਆਂ ਚੀਜ਼ਾਂ, ਫਿਰ ਬਾਅਦ ਵਿੱਚ ਉਹਨਾਂ ਨੇ ਹੌਲੀ ਹੌਲੀ ਪੈਸੇ ਵਧਾਏ। ਜਦੋਂ ਫ੍ਰੀ ਦਿੱਤੀਆਂ ਉਹਦੇ ਵਿੱਚ ਸਾਡਾ BSNL ਡੁੱਬ ਗਿਆ। ਵੱਡੀਆਂ ਜਿਹੜੀਆਂ ਕੰਪਨੀਆਂ ਆਈਡੀਆ ਵਰਗੀਆਂ, ਹੋਰ ਬਹੁਤ ਸਾਰੀਆਂ ਕੰਪਨੀਆਂ ਸੀ, ਵੋਡਾਫੋਨ ਵਰਗੀਆਂ ਬਹੁਤ ਵੱਡੀਆਂ ਕੰਪਨੀਆਂ ਆਈਆਂ, ਸਭ ਡੁੱਬ ਗਈਆਂ। ਕਿਉਂ? ਉਹਨਾਂ ਨੇ ਇੰਨਾ ਪੈਸਾ, ਉਹਨਾਂ ਨੇ ਆਪਣੀ ਤਾਕਤ ਵਰਤੀ। ਇੱਦਾਂ ਹੀ ਉਹ ਤਾਕਤ ਇਸ ਅਨਾਜ 'ਤੇ ਵਰਤਣਗੇ। ਜਦੋਂ ਅਨਾਜ 'ਤੇ ਵਰਤਣਗੇ ਤਾਂ ਉਹ ਅੱਜ 10 ਰੁਪਏ ਕਿਲੋ ਕਣਕ ਜਾਂ 20 ਰੁਪਏ ਕਿਲੋ ਕਣਕ ਲੈ ਕੇ 2000 ਨੂੰ ਵੇਚ ਸਕਦੇ ਆ। ਔਰ ਉਹਨਾਂ ਦੀ ਕਿਸੇ ਦੀ ਤਾਕਤ ਨਹੀਂ ਕਿ ਉਹਨੂੰ ਰੋਕ ਜਵੇ। ਕਿਉਂ? ਉਹ ਉਹਨਾਂ 'ਤੇ ਪੈਸਾ ਲਾਉਂਦੇ ਆ। ਪਰ ਜੇ ਉਹ ਤਾਂ ਨਹੀਂ ਬੋਲ ਸਕਦੇ, ਅਸੀਂ ਆਮ ਨਾਗਰਿਕ ਤਾਂ ਬੋਲ ਸਕਦੇ ਨਾ ਆਪਣੇ ਦੇਸ਼ ਦੀ ਖਾਤਰ, ਅਸੀਂ ਆਪਣੇ ਹੱਕਾਂ ਦੀ ਖਾਤਰ। ਇਕੱਲਾ ਅਮੀਰਾਂ ਦੇ ਵਾਸਤੇ ਨਾ ਸੋਚੋ, ਇਹਨਾਂ ਆਮ ਲੋਕਾਂ ਦੇ ਵਾਸਤੇ ਸੋਚੋ, ਜਿਹੜੇ ਫੁੱਟਪਾਥਾਂ 'ਤੇ ਬੈਠੇ ਆ, ਰਾਤਾਂ ਕੱਟਦੇ ਆ, ਉਹਨਾਂ ਬਾਰੇ ਸੋਚੋ। ਜਨਸੰਖਿਆ ਜਿਹੜੀ ਤੁਹਾਡੀ ਭੁੱਖੀ ਮਰ ਰਹੀ ਹੈ, ਸਾਡੀ ਮੰਡੀ 'ਚ ਚਲੇ ਜਾਓ, ਗਰਾਇਆ ਦਾਣੇ ਮੰਡੀ ਦੇ ਵਿੱਚ ਸ਼ੈੱਡਾਂ ਲਾ ਕੇ ਵਿਚਾਰੇ ਤਰਪੈਲਾਂ ਲਾ ਕੇ ਆਮ ਲੋਕ, ਅੱਜ ਦਾ ਕਿਸਾਨ ਉੱਥੇ ਬੈਠਾ ਨਾ ਇਸੇ ਹਾਲਾਤਾਂ ਦੇ ਵਿੱਚ, ਉਹਨਾਂ ਦੀ
ਸਾਰੀ ਜ਼ਿੰਦਗੀ ਇਦਾਂ ਲੰਘ ਗਈ। ਮੱਖੀਆਂ ਮੱਛਰ ਉਹਨਾਂ ਨੂੰ ਅੱਜ ਵੱਢ ਖਾ ਰਹੇ ਆ, ਇਹ ਫਿਕਰ ਵੱਢ ਸਤਾ ਰਹੇ ਆ। ਪਰ ਮੋਦੀ ਸਾਹਿਬ, ਸਾਡੀ ਇਹ ਅਪੀਲ ਆ, ਤੁਸੀਂ ਇਹਨਾਂ ਬਿੱਲਾਂ ਨੂੰ ਵਾਪਸ ਲਾਓ, ਨੋਰਮਲ ਜ਼ਿੰਦਗੀ ਨੂੰ ਕਰੋ। ਅਸੀਂ ਕਰੋਨਾ ਦੀ ਮਾਰ ਝੱਲੀ ਆ, ਵਪਾਰੀ ਵਰਗ ਨੇ, ਅੱਜ ਸਾਨੂੰ ਕਿਸਾਨੀ ਦੀ ਮਾਰ ਵੀ ਪੈ ਰਹੀ ਆ, ਸਾਨੂੰ ਇਹ ਵੀ ਆ ਰਿਹਾ ਸਾਡਾ ਦੇਸ਼ ਦੇ ਵਿੱਚ ਸਾਡਾ ਰਹਿ ਕੱਖ ਨਹੀਂ ਗਿਆ, ਅਸੀਂ ਤਾਂ ਵਿਦੇਸ਼ਾਂ ਨੂੰ ਚਲ ਜਾਈਏ। ਸਾਰੀ ਜਨਸੰਖਿਆ ਜੇ ਵਿਦੇਸ਼ਾਂ ਬਾਰੇ ਸੋਚਣ ਲੱਗੀ ਤੇ ਸਾਡੇ ਦੇਸ਼ ਬਾਰੇ ਕੌਣ ਸੋਚੂ? ਸਾਨੂੰ ਗੁਲਾਮ ਨਾ ਬਣਾਓ, ਸਾਨੂੰ ਆਜ਼ਾਦ ਰੱਖੋ ਤੇ ਆਪਣੇ ਦੇਸ਼ ਨੂੰ ਖੁਸ਼ਹਾਲ ਬਣਾਓ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਕਿਸਾਨ ਮਜ਼ਦੂਰ ਦੇ ਨਾਲ ਬਿਲਕੁਲ ਖੜਾ ਹਾਂ, ਕਿਉਂਕਿ ਸਾਡਾ ਸਾਰਾ ਵਪਾਰੀ ਵਰਗ ਇਸ ਅੱਜ ਜਿਹੜਾ ਅਸੀਂ ਝੰਡੇ ਦੀ ਮੁਹਿੰਮ ਸ਼ੁਰੂ ਕੀਤੀ ਆ ਉਹਦੇ ਵਿੱਚ ਸਾਥ ਦਿੱਤਾ ਉਹਨਾਂ ਨੇ। ਬਹੁਤ ਬਹੁਤ ਧੰਨਵਾਦ। ਸਾਰਾ ਪੱਤਰਕਾਰ ਭਾਈਚਾਰਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। RSB ਚੈਨਲ, ਇਹਨਾਂ ਭਰਾਵਾਂ ਨੇ ਸਾਡਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਅੱਜ ਤੱਕ ਸਹਿਯੋਗ ਕਰ ਰਹੇ ਆ। ਜਦੋਂ ਤੱਕ ਸਾਡੇ ਜਿੱਤ ਨਹੀਂ ਹੁੰਦੀ ਇਸ ਮੁਹਿੰਮ ਦੇ ਵਿੱਚ, ਅਸੀਂ ਇਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਸਾਡਾ ਸਾਥ ਦੇਣ, ਕਿਉਂਕਿ ਇਹ ਜਿਹੜੇ ਬਿੱਲ ਹੈਗੇ ਆ ਕਿਸਾਨ ਵਿਰੋਧੀ ਬਿੱਲ ਆ, ਇਹ ਕਿਸਾਨ ਵਿਰੋਧੀ ਬਿੱਲ ਵੀ ਹੈਗੇ ਆ ਤੇ ਨਾਲ ਸਾਰੀ ਪਬਲਿਕ ਦੇ ਵਿਰੋਧ ਦੇ ਵਿੱਚ ਵੀ ਹੈਗੇ ਆ। ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਆ ਇਹ ਸਾਰਾ ਇਸ ਸੰਤਾਪ ਨੂੰ ਭੋਗਣ ਲਈ ਤਿਆਰ ਹੋਵੇਗਾ, ਕਿਉਂਕਿ ਜਿਹੜੀ ਮਹਿੰਗਾਈ ਦਾ ਦੌਰ ਹੈ ਕਾਰਪੋਰੇਟ ਸੈਕਟਰ ਤੋਂ ਹੀ ਵੱਧਦਾ ਆ ਰਿਹਾ ਆ। ਕਿਉਂਕਿ ਕਾਰਪੋਰੇਟ ਸੈਕਟਰ ਆਪਣੀ ਮਨਮਰਜ਼ੀ ਦੇ ਨਾਲ ਜਿਹੜੀਆਂ ਚੀਜ਼ਾਂ ਦੀ ਕੀਮਤ ਡੇ ਬਾਏ ਡੇ ਆਪਣੀ ਮਰਜ਼ੀ ਨਾਲ ਵਧਾਉਣਗੇ, ਕਿਉਂਕਿ 2 ਸਾਲ ਇਹ ਤੁਹਾਨੂੰ ਲਗਾਤਾਰ ਸੁੱਖ ਦੇਣਗੇ। ਉਸ ਤੋਂ ਬਾਅਦ ਜਿਹੜਾ ਆਉਣ ਵਾਲਾ ਸਮਾਂ ਆ ਇਹ ਬਹੁਤ ਹੀ ਦੁੱਖਾਂ ਭਰਾ ਆਵੇਗਾ ਤੇ ਸਾਡਾ ਦੇਸ਼ ਨੂੰ ਦੁੱਖ ਭੋਗਣੇ ਪੈਣਗੇ। ਕਿਉਂਕਿ ਤੁਸੀਂ ਜਾਣਦੇ ਹੋ ਸਾਡੀਆਂ ਜਿਹੜੀਆਂ ਸਰਕਾਰੀ ਮਹਿਕਮੇ ਆ ਉਹ ਦਿਨ ਬਾਏ ਦਿਨ ਇਹਨਾਂ ਸਰਕਾਰਾਂ ਦੁਆਰਾ ਖਤਮ ਕੀਤੇ ਜਾ ਰਹੇ ਆ, ਜਿਹੜਾ ਕਿ ਬਹੁਤ ਮੰਦਭਾਗਾ ਆ ਕਿ ਸਾਡਾ ਜਿਹੜਾ ਨੌਜਵਾਨ ਵਰਗ ਆ ਵਿਦੇਸ਼ਾਂ ਨੂੰ ਜਾ ਰਿਹਾ। ਉਹ ਇਹੀ ਕਾਰਨ ਆ ਕਿਉਂਕਿ ਉਹਨਾਂ ਨੂੰ ਇੱਥੇ ਨੌਕਰੀਆਂ ਨਹੀਂ ਮਿਲਦੀਆਂ। ਸਾਰਾ ਕਾਰਪੋਰੇਟ ਸੈਕਟਰ ਦੇ ਹੱਥਾਂ ਦੇ ਵਿੱਚ ਸਾਰਾ ਕੁਝ ਜਾ ਰਿਹਾ ਆ। ਸੋ ਮੈਂ ਬੇਨਤੀ ਕਰਾਂਗਾ ਬਾਰ-ਬਾਰ ਸਾਡੀਆਂ ਸੈਂਟਰ ਦੀਆਂ ਸਰਕਾਰਾਂ ਨੂੰ, ਇਹਨਾਂ ਨੂੰ ਸਾਡੀ ਨੌਜਵਾਨ ਨੂੰ ਸਾਂਭ ਕੇ ਰੱਖੋ। ਇਹ ਸਾਡੇ ਦੇਸ਼ ਦਾ ਭਵਿੱਖ ਆ। ਇਹ ਜਿਹੜਾ ਨਾਅਰਾ ਦਿੱਤਾ ਗਿਆ ਸਾਡੇ ਬਹੁਤ ਹੀ ਸਤਿਕਾਰਯੋਗ ਲੀਡਰਾਂ ਵੱਲੋਂ, ਜੈ ਜਵਾਨ ਜੈ ਕਿਸਾਨ, ਇਹਦਾ ਇੱਕ ਕੋਈ ਕਾਰਨ ਆ ਕਿਉਂਕਿ ਜੇ ਜਵਾਨ ਸਾਡੇ ਦੇਸ਼ ਦੀਆਂ ਸਰਹੱਦਾਂ ਦੇ ਉੱਪਰ ਸਾਡੀ ਮਦਦ ਕਰ ਰਿਹਾ, ਸਾਡੇ ਦੇਸ਼ ਨੂੰ ਸੁਰੱਖਿਆ ਦੇ ਰਿਹਾ, ਤੇ ਸਾਡੇ ਕਿਸਾਨ ਵੀਰ ਜਿਹੜੇ ਹੈਗੇ ਆ ਉਹ ਸਾਡੇ ਅੰਦਰ ਦੇਸ਼ ਦੇ ਅੰਦਰ ਸਾਡੀਆਂ ਪਬਲਿਕ ਨੂੰ ਸੇਵਾਵਾਂ ਦੇ ਰਹੇ ਆ, ਅੰਨ ਉਗਾ ਕੇ। ਇਹ ਸਾਡੇ ਅੰਨਦਾਤਾ ਆ। ਜੇ ਅੰਨਦਾਤਾ ਸਾਡਾ ਸੁਖੀ ਨਹੀਂ ਰਹੇਗਾ ਤੇ ਸਾਡੀ ਪਬਲਿਕ ਵੀ ਖੁਸ਼ੀ ਮਹਿਸੂਸ ਨਹੀਂ ਕਰੇਗੀ। ਸੋ ਬਾਰ-ਬਾਰ ਬੇਨਤੀ ਕਰਦਾ ਹਾਂ ਕਿ ਸਾਡੇ ਨੌਜਵਾਨ ਨੂੰ ਸਾਂਭੋ, ਸਾਡੇ ਵਪਾਰੀ ਵਰਗ ਨੂੰ ਸਾਂਭੋ। ਜੇ ਸਾਡਾ ਦੇਸ਼ ਤਾਂ ਹੀ ਖੁਸ਼ਹਾਲ ਹੋਵੇਗਾ। ਧੰਨਵਾਦ। ਸਭ ਤੋਂ ਪਹਿਲਾਂ ਆਪਸ ਡੀਜੇ ਵਾਲਿਆਂ ਦਾ ਤੇ ਬਾਕੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕੀਤਾ, ਤੇ ਸਾਰੇ ਪੱਤਰਕਾਰ ਵੀਰਾਂ ਦਾ ਵੀ ਬਹੁਤ ਧੰਨਵਾਦ ਜੋ ਸਾਡਾ ਕਵਰੇਜ ਕਰਨ ਲਈ ਇੱਥੇ ਪਹੁੰਚੇ ਹਨ। ਜੋ ਇਸ ਟਾਈਮ ਬਹੁਤ ਵੱਡਾ ਇੱਕ ਮਸਲਾ ਚੱਲ ਰਿਹਾ ਹੈ, ਜੋ ਕ੍ਰਿਸ਼ੀ ਦੇ ਸੰਬੰਧੀ ਬਿੱਲ ਆਏ ਹਨ, ਉਹਦਾ ਸਾਰੇ ਜਣੇ ਰਲ ਕੇ ਵਿਰੋਧ ਕਰ ਰਹੇ ਹਨ, ਜੋ ਕਿ ਕਰਨਾ ਬਣਦਾ ਵੀ ਹੈ ਕਿਉਂਕਿ ਹਰ ਇੱਕ ਬੰਦਾ ਜੋ ਹੈ ਇਸ ਦੇ ਨਾਲ ਇੰਟਰ ਰਿਲੇਟਡ ਹੈ, ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਹਨ। ਜੇ ਅੱਜ ਅਸੀਂ ਇਸ ਦਾ ਵਿਰੋਧ ਨਹੀਂ ਕਰਾਂਗੇ ਤਾਂ ਕੱਲ੍ਹ ਨੂੰ ਇਸ ਦੇ ਭੈੜੇ ਨਤੀਜੇ ਭੁਗਤਣੇ ਪੈਣਗੇ। ਇਹ ਜੋ ਬਿੱਲ ਹਨ ਉਹ ਕਿਸੇ ਨੂੰ ਇੱਕ ਤਬਕੇ ਨੂੰ ਨਹੀਂ, ਸਾਰਿਆਂ ਨੂੰ ਇਫੈਕਟ ਕਰਦੇ ਹਨ ਜੀ। ਇਹ ਇਕੱਲਾ ਕਿਸਾਨਾਂ ਜਾਂ ਮਜ਼ਦੂਰਾਂ ਦਾ ਸੰਘਰਸ਼ ਨਹੀਂ ਰਹਿ ਗਿਆ। ਅਸੀਂ ਹੁਣ ਵਪਾਰੀ ਵੀ ਇਹਦੇ ਨਾਲ ਡਟ ਕੇ ਨਾਲ ਖੜ੍ਹੇ ਹਾਂ ਔਰ ਇਹਦਾ ਵਿਰੋਧ ਕਰਦੇ ਹਾਂ ਜੀ। ਇਹ ਕਿਸਾਨੀ ਏਕਤਾ, ਮਜ਼ਦੂਰ ਏਕਤਾ ਔਰ ਵਪਾਰੀ ਏਕਤਾ ਵੀ ਹੁਣ ਨਾਲ ਹੈ ਔਰ ਇਹਨਾਂ ਦਾ ਵਿਰੋਧ ਕੀਤਾ ਜਾਏਗਾ। ਹਰ ਇੱਕ ਫਰੰਟ 'ਤੇ ਵਿਰੋਧ ਕੀਤਾ ਜਾਏਗਾ ਕਿਉਂਕਿ ਜਿਹੜਾ ਵੀ ਬੰਦਾ ਇਹਨਾਂ ਬਾਰੇ ਜਾਣਦਾ ਹੈ ਉਹਨਾਂ ਨੂੰ ਪਤਾ ਹੋਵੇਗਾ ਕਿ ਹੁਣੇ ਅਸੀਂ ਕਰੋਨਾ ਮਹਾਮਾਰੀ ਤੋਂ ਉੱਭਰੇ ਨਹੀਂ ਪੂਰੀ ਤਰ੍ਹਾਂ। ਔਰ ਜਿਸ ਟਾਈਮ ਕਰੋਨਾ ਮਹਾਮਾਰੀ ਆਈ ਸੀਗੀ, ਸਾਡੀ FCI ਦੇ ਕੋਲ ਸਿਰਫ ਜਿਹੜੀ ਪਾਵਰ ਸੀਗੀ ਕੁਛ ਇੱਕ ਟਨ ਅਨਾਜ ਲੈਣ ਦੀ ਸੀ, ਜਿਹਨੂੰ ਕਿ ਉਸ ਟਾਈਮ ਗੌਰਮੈਂਟ ਨੇ ਵਧਾਇਆ ਔਰ ਵਧਾ ਕੇ ਸਾਰੀਆਂ ਚੱਕੀਆਂ 'ਤੇ ਜਾਂ ਦੁਕਾਨਾਂ 'ਤੇ ਕਣਕ ਆਈ ਜਾਂ ਆਟਾ ਆਇਆ ਤਾਂ ਲੋਕਾਂ ਨੂੰ ਤੰਗੀ ਨਹੀਂ ਹੋਈ। ਲੋਕ ਆਰਾਮ ਦੇ ਨਾਲ ਘਰ ਬੈਠ ਕੇ ਖਾਣਾ ਖਾ ਸਕੇ, ਰੋਟੀ ਖਾ ਸਕੇ। ਅਗਰ ਕੱਲ੍ਹ ਨੂੰ ਇਹ ਚੀਜ਼ਾਂ ਪ੍ਰਾਈਵੇਟ ਹੋ ਗਈਆਂ, ਸਾਰੇ ਜਿਹੜੇ ਗੋਦਾਮ ਵਗੈਰਾ ਕਾਰਪੋਰੇਟਾਂ ਦੇ ਹੱਥ 'ਤੇ ਚਲੇ ਗਏ, ਕਾਰਪੋਰੇਟਾਂ ਨੇ ਦੇਖੋ ਕੋਈ ਵੀ ਕੰਮ ਹੈ ਉਹਦਾ ਮੁਨਾਫੇ ਲਈ ਕਰਨਾ ਜੀ, ਤੇ ਸਾਨੂੰ ਇਹ ਚੀਜ਼ਾਂ ਨਹੀਂ ਮਿਲਣੀਆਂ ਔਰ ਅਸੀਂ ਜਿਹੜਾ ਹੈਗਾ ਆ ਸਾਡਾ ਦੇਸ਼ ਮੁੜ ਕੇ ਗੁਲਾਮ ਹੋ ਜਾਏਗਾ। ਭੁੱਖਮਰੀ ਦੇ ਹਾਲਾਤ ਆ ਜਾਣਗੇ ਔਰ ਇਹਨਾਂ ਹਾਲਾਤਾਂ ਤੋਂ ਬਚਣ ਲਈ ਅੱਜ ਹਰ ਇੱਕ ਬੰਦੇ ਨੂੰ ਸੋਚ ਕੇ ਇੱਥੇ ਖੜਨਾ ਚਾਹੀਦਾ। ਅਗਰ ਕਿਸੇ ਨੂੰ ਵੀ ਸਰਕਾਰੀ ਫੈਸਲਿਆਂ ਨਾਲ ਜ਼ਿਆਦਾ ਕੋਈ ਹਮਦਰਦੀ ਹੈ ਤਾਂ ਉਹ ਪਿਛਲੇ ਫੈਸਲੇ ਕੱਢ ਕੇ ਦੇਖ ਲੈਣ। ਜਦੋਂ ਮੋਦੀ ਸਾਹਿਬ ਖੁਦ CM ਸੀਗੇ, ਉਹਨਾਂ ਦੇ ਇਸ ਬਾਰੇ ਕੀ ਰਾਏ ਸੀ ਔਰ ਅੱਜ ਕੀ ਹੈ, ਤੁਹਾਡੇ ਸਾਰੇ ਸੰਸ਼ੇ ਦੂਰ ਹੋ ਜਾਣਗੇ। ਉਹ ਖੁਦ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਆ। ਸੁਸ਼ਮਾ ਸਵਰਾਜ ਨੇ ਵਿਰੋਧ ਕੀਤਾ, ਅਰੁਣ ਜੇਤਲੀ ਜੀ ਨੇ ਵਿਰੋਧ ਕੀਤਾ। ਅੱਜ ਉਹ ਇਹਨਾਂ ਕਾਨੂੰਨਾਂ ਨੂੰ ਸਹੀ ਦੱਸ ਰਹੇ ਹਨ। ਸੋ ਮੈਂ ਤਾਂ ਕਹੂੰਗਾ ਜੀ ਹਰ ਇੱਕ ਬੰਦਾ ਜਿਹੜਾ ਹੈਗਾ ਲੌਜੀਕਲੀ ਇਹਨਾਂ ਨੂੰ ਚੰਗੀ ਤਰ੍ਹਾਂ ਦੇਖੇ ਔਰ ਇਹਨਾਂ ਦਾ ਵਿਰੋਧ ਕਰੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਭੈੜੇ ਨਤੀਜੇ ਭੁਗਤਣੇ ਪੈਣਗੇ। ਆਪਣੇ ਲਈ ਨਹੀਂ, ਆਪਣੇ ਬੱਚਿਆਂ ਲਈ ਖੜ ਜਾਓ, ਆਪਣੇ ਭਾਈਚਾਰੇ ਲਈ ਖੜ ਜਾਓ। ਇਹ ਕਿਸੇ ਹਿੰਦੂ ਸਿੱਖ ਮੁਸਲਿਮ ਦਾ ਕੋਈ ਰੌਲਾ ਨਹੀਂ, ਇਹ ਸਾਰੇ ਅਸੀਂ ਇਕੱਠੇ ਹਾਂ ਔਰ ਇਕੱਠੇ ਡਟ ਕੇ ਦਾ ਵਿਰੋਧ ਕਰਦੇ ਹਾਂ। ਹੁਣ ਵੀ ਅਸੀਂ ਕਹਿੰਦੇ ਹਾਂ ਸਾਡਾ ਭਾਈਚਾਰਕ ਸਾਂਝ ਹਮੇਸ਼ਾ ਕਾਇਮ ਰਹੀ ਆ ਔਰ ਰਹੇਗੀ। ਧੰਨਵਾਦ ਸਾਰੇ ਭਰਾਵਾਂ ਦਾ
ਔਰ ਕਿਸਾਨ ਏਕਤਾ, ਮਜ਼ਦੂਰ ਏਕਤਾ, ਵਪਾਰੀ ਏਕਤਾ ਸਾਰੇ ਜਿੰਦਾਬਾਦ ਹੈ ਜੀ, ਔਰ ਜਿੰਦਾਬਾਦ ਰਹਿਣਗੇ। ਸਤਿ ਸ੍ਰੀ ਅਕਾਲ ਜੀ ਦੋਸਤੋ, ਅੱਜ ਅਸੀਂ ਗੁਰਾਇਆ ਵਿਖੇ ਪੂਰੇ ਵਪਾਰੀ ਮੰਡਲ ਤੇ ਸਮੂਹ ਜਿਹੜੇ ਦੁਕਾਨਦਾਰ ਭਰਾ ਸਾਰੇ ਇੱਥੇ ਇਕੱਠੇ ਹੋਏ ਆ। ਸਾਡੀ ਇੱਕ ਟੀਮ ਹੈ ਜੀ, ਪਹਿਲਾਂ ਪੰਜਾਬ ਫਸਟ, ਉਸ ਟੀਮ ਵੱਲੋਂ ਇੱਕ ਮੁਹਿੰਮ ਜਿਹੜੀ ਹੈ ਪਿਛਲੇ 3 ਦਿਨਾਂ ਤੋਂ ਅਸੀਂ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਝੂਲਦੇ ਕਿਸਾਨੀ ਝੰਡੇ, ਜਿਹਦੇ ਅਧੀਨ ਸਾਡਾ ਇੱਕ ਮਿਸ਼ਨ ਹੈ ਕਿ ਅਸੀਂ ਲੋਕਾਂ ਨੂੰ ਪ੍ਰੇਰਿਤ ਕਰੀਏ ਕਿ ਆਪਣੇ ਘਰਾਂ 'ਚ, ਆਪਣੇ ਬਾਜ਼ਾਰਾਂ 'ਚ, ਆਪਣੀਆਂ ਦੁਕਾਨਾਂ ਦੇ ਉੱਪਰ ਆਪਾਂ ਕਿਸਾਨੀ ਝੰਡਾ ਲਾ ਕੇ ਤੇ ਕਿਸਾਨਾਂ ਦੀ ਜਿਹੜੀ ਐਜੀਟੇਸ਼ਨ ਹੈ, ਜਿਹੜਾ ਸੰਘਰਸ਼ ਹੈ, ਉਹਦਾ ਆਪਾਂ ਸਾਥ ਦਈਏ। ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ 3 ਕਾਲੇ ਕਾਨੂੰਨ ਜਿਹੜੇ ਲਾਗੂ ਕਰਨ ਦੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ, ਉਹਦੇ ਵਿਰੋਧ ਦੇ ਵਿੱਚ 50 ਦਿਨ ਤੋਂ ਉੱਪਰ ਹੋ ਗਏ ਕਿਸਾਨ ਜਿਹੜੇ ਸਾਡੇ ਦਿੱਲੀ ਵਿਖੇ ਧਰਨੇ ਤੇ ਬੈਠੇ ਨੇ। ਉਹਨਾਂ ਨੂੰ ਹੌਸਲਾ ਦੇਣ ਲਈ, ਉਹਨਾਂ ਦਾ ਸਾਥ ਦੇਣ ਲਈ ਇਹ ਜਿਹੜੀ ਮੁਹਿੰਮ ਹੈ, ਇਹ ਪੂਰੇ ਪੰਜਾਬ ਦੇ ਵਿੱਚ ਸਾਡੀ ਟੀਮ ਜਿਹੜੀ ਹੈ ਪੰਜਾਬ ਫਸਟ, ਪਹਿਲਾਂ ਪੰਜਾਬ ਵੱਲੋਂ ਇਹਦੀ ਸ਼ੁਰੂਆਤ ਕੀਤੀ ਗਈ ਹੈ। ਤੇ ਅੱਜ ਗੁਰਾਇਆ ਵਿਖੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਵਪਾਰੀ ਭਰਾ, ਸਾਡੇ ਦੁਕਾਨਦਾਰ ਭਰਾ, ਸਾਡੀ ਅਸਲ ਵਿੱਚ ਇਸ ਜਿਹੜਾ ਮਿਸ਼ਨ ਹੈ, ਸਾਡੀ ਜਿਹੜੀ ਇਹ ਮੁਹਿੰਮ ਹੈ ਝੂਲਦੇ ਕਿਸਾਨੀ ਝੰਡੇ, ਇਹਦਾ ਏਮ ਵੀ ਇਹੀ ਸੀ ਕਿ ਬਹੁਤ ਸਾਰੇ ਲੋਕ ਇਹੋ ਜਿਹੇ ਸਾਡੇ ਪੰਜਾਬ ਦੇ, ਸਾਡੇ ਦੇਸ਼ ਦੇ ਨੇ ਜਿਹੜੇ ਆਪਣੇ ਕਾਰੋਬਾਰ ਤਾਂ ਕਰ ਰਹੇ ਨੇ, ਘਰਾਂ 'ਚ ਬੈਠੇ ਨੇ, ਉਸ ਸੰਘਰਸ਼ ਦਾ ਹਿੱਸਾ ਬਣਨਾ ਚਾਹੁੰਦੇ ਆ, ਕਿ ਉਹ ਸਾਥ ਦੇਣਾ ਚਾਹੁੰਦੇ ਆ ਕਿਸਾਨਾਂ ਦਾ, ਬਟ ਉਹਨਾਂ ਨੂੰ ਕੋਈ ਇਹੋ ਜਿਹਾ ਪਲੇਟਫਾਰਮ ਨਹੀਂ ਸੀ ਮਿਲਦਾ। ਤੇ ਉਹ ਪਲੇਟਫਾਰਮ ਲੈ ਕੇ ਅੱਜ ਸਾਰੇ ਸਾਡੇ ਵੀਰ ਇੱਥੇ ਇਕੱਠੇ ਹੋਏ ਆ। ਤੇ ਇੱਥੋਂ ਅੱਜ ਗੁਰਾਇਆ ਸ਼ਹਿਰ ਤੋਂ ਮੁਹਿੰਮ ਝੰਡੇ, ਝੂਲਦੇ ਕਿਸਾਨੀ ਝੰਡੇ, ਉਹਦੀ ਜਿਹੜਾ ਆਗਾਜ਼ ਕੀਤਾ ਗਿਆ। ਮੈਂ ਧੰਨਵਾਦੀ ਹਾਂ ਪਲਵਿੰਦਰ ਸਿੰਘ ਤੇ ਹੋਰ ਜਿਹੜੇ ਸੱਜਣ ਇੱਥੇ ਪਹੁੰਚੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ। ਧੰਨਵਾਦ।